ਮੁੱਦਾ ਗਰਮ ਹੈ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨ ਬੇਦੀ। ਜਿਵੇਂ ਕਿ ਸਾਰੇ ਜਾਣਦੇ ਨੇ, ਅਸੀਂ ਉਸ ਪੱਖ ਦੇ ਉੱਤੇ ਹਮੇਸ਼ਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਦੀ ਹੈ ਕਿ ਜਿਹੜਾ ਇਸ ਵੇਲੇ ਜ਼ਿਆਦਾ ਤੋਂ ਜ਼ਿਆਦਾ ਜਿਹਦੇ ਚਰਚਾ ਹੋ ਰਹੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਸਿੱਧੇ ਤੌਰ ਤੇ ਸੰਬੰਧਿਤ ਹੈ। ਜਿਵੇਂ ਕਿ ਸਾਰੇ ਜਾਣਦੇ ਨੇ, ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਰੇਟਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ। ਤਾਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਜਿੰਨੀ ਕੁ ਕਟੌਤੀ ਕੀਤੀ ਗਈ ਹੈ, ਜਿੰਨਾ ਪੜਾਵਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ, ਉਹਦਾ ਫਾਇਦਾ ਕਿੰਨਾ ਕੁ ਲੋਕਾਂ ਤੱਕ ਜਾਵੇਗਾ, ਕਿੰਨੇ ਕੁ ਲੋਕ ਇਸ ਦਾ ਫਾਇਦਾ ਲੈ ਸਕਣਗੇ, ਤੇ ਇਹਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਵਰਚੁਅਲ ਢੰਗ ਦੇ ਨਾਲ ਜਿਵੇਂ ਰੋਜ਼ ਮਹਿਮਾਨ ਜੁੜਦੇ ਨੇ, ਅੱਜ ਵੀ ਜੁੜੇ ਹੋਏ ਨੇ। ਸਾਡੇ ਨਾਲ ਮੌਜੂਦ ਹੈਗੇ ਨੇ ਵਿਨੋਦ ਭਾਰਤੀ ਨੇ, ਸੈਕਟਰੀ ਨੇ ਪੰਜਾਬ ਕਾਂਗਰਸ ਦੇ, ਔਰ ਸਾਡੇ ਨਾਲ ਪਵਨ ਕੁਮਾਰ ਟੀਨੂ ਮੌਜੂਦ ਨੇ, ਵਿਧਾਇਕ ਹੈਗੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ, ਤੇ ਬਦੀਸ਼ ਜਿੰਦਲ ਨੇ ਸਾਡੇ ਨਾਲ, ਪ੍ਰਧਾਨ ਨੇ ਫੈਡਰੇਸ਼ਨ ਆਫ ਪੰਜਾਬ ਸਮਾਲ ਇੰਡਸਟਰੀਜ਼ ਐਸੋਸੀਏਸ਼ਨ ਦੇ। ਤੇ ਸਾਰੇ ਮਹਿਮਾਨਾਂ ਦਾ ਸਵਾਗਤ ਹੈ ਜੀ। थैंक यू जी, थैंक यू जी जी। और सवाल पहला विनोद भारती जी तो लै लेना। भारती साहब, जिस हिसाब के नाल रेट घटाए गए ने, फायदा बहुते लोगों को नहीं होना जिन्नियां क शर्तां रखियां गईयां ने कि जिहड़ा 300 यूनिट तो वध बिजली यूज कर लूगा उन्होंने नहीं फायदा मिलना, क्योंकि इन्नी तो बेसिक ही हो जाती है। ਅਸੀਂ कह लीए कि लोअर मिडल क्लास है, चाहे कोई अजकल अपर मिडल क्लास है, लोअर की भी गल कर लीए, उन्होंने फायदा नहीं होना जिहड़े सब तो वध मेहनतकश लोग ने। नहीं, फायदा तो ये मेहनत कश लोगों वास्ते ही होना है जी, क्योंकि जेड़ा इन्होंने 7 किलोवाट तक जो घटाया अप टू 7 किलोवाट, और ओदे ओदे मुताबिक तो ये मेहनत कश लोग जेड़े जिन्हां कोल 7 किलोवाट तो घट कनैक्शन है उन्होंने फायदा होना। अच्छा, जेड़ा ਜਿਹੜਾ ਇੰਡਸਟਰੀ ਸੈਕਟਰ ਹੈ ਹਜੇ ਉਹਨੂੰ ਟੱਚ ਨਹੀਂ ਕੀਤਾ ਇਹਨਾਂ ਨੇ। ਡੋਮੈਸਟਿਕ ਕਨੈਕਸ਼ਨ ਜਿਹੜੇ ਮੋਸਟਲੀ ਜਾਂ 7 ਕਿਲੋਵਾਟ ਤੱਕ ਜਿਹੜੇ ਛੋਟੇ ਕਾਟੇਜ ਇੰਡਸਟਰੀ ਹੈ ਉਹਨੂੰ ਫਾਇਦਾ ਹੋਊਗਾ ਇਹਦਾ। ਇੱਕ ਮਿੰਟ ਪਵਨ ਕੁਮਾਰ ਟੀਨੂ ਹਰਾਂ ਦਾ ਲੈ ਲੈਣੇ ਆ। ਟੀਨੂ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ? ਵਿਰੋਧੀ ਧਿਰ ਦੇ ਵਿੱਚ ਹੈਗੇ ਹੋ ਤਾਂ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤਾਂ ਬਿਲਕੁਲ ਇਹਨੂੰ ਇੱਕ ਡਰਾਮਾ ਕਰਾਰ ਦਿੱਤਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਸੁਰਖੀਆਂ ਬਟੋਰਨ ਦੇ ਲਈ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਨੇ। देखो, मैनू याद आउंदा 2016-17 वाला वो कैंपेन दा माहौल, जदों कांग्रेस पार्टी लगातार बड़े दावे करदी सी, वायदे करदी सी कि असी गरीबां नू मुफ्त बिजली देंगे 400 यूनिट प्रति महीना, ते असी इंडस्ट्री नू बिल्कुल 5 रुपये प्रति यूनिट बिजली देंगे। ठीक है, ਅਸੀਂ ਸਮਾਲ ਸਕੇਲ ਜਿਹੜੀ ਕਾਟੇਜ ਇੰਡਸਟਰੀ ਉਹਨੂੰ ਮੁਫਤ ਬਿਜਲੀ ਦੇਵਾਂਗੇ। ਬੜੇ ਵਾਅਦੇ ਸੀ। ਮੇਰੇ ਕੋਲ ਤਾਂ ਉਹਨਾਂ ਦੀਆਂ ਕੈਪਟਨ ਸਾਹਿਬ ਦੀਆਂ ਵੀਡੀਓ ਜਿਹੜੀਆਂ ਫੁਟੇਜ ਆ, ਵੀਡੀਓ ਵਿਜ਼ੂਅਲ ਵੀ ਹੈਗੀਆਂ, ਜਿਹੜੇ ਉਹ ਆਪ ਕਹਿ ਰਹੇ ਆ ਕਿ ਜੇ 2 ਰੁਪਏ 33 ਪੈਸੇ ਬਿਜਲੀ ਮਿਲਦੀ ਆ ਤੇ ਲੋਕਾਂ ਨੂੰ 5 ਰੁਪਏ ਕਿਉਂ ਦਿੱਤੀ ਜਾ ਰਹੀ ਆ। ਤੇ ਇਹ ਸਿਰਫ ਆ ਜਿਹੜਾ ਹੁਣ ਇਲੈਕਸ਼ਨ ਈਅਰ ਆ, 6 ਮਹੀਨੇ ਰਹਿ ਗਏ ਚੋਣਾਂ ਨੂੰ, ਵਿਧਾਨ ਸਭਾ ਦੀਆਂ ਨੂੰ, 4.5 ਸਾਲ ਪੰਜਾਬ ਦੇ ਲੋਕਾਂ ਦੀ ਛਿੱਲ ਲਾ ਲਈ ਕਾਂਗਰਸ ਨੇ, ਸਰਕਾਰ ਨੇ, ਸਾਰੇ ਸੈਕਸ਼ਨਾਂ ਦੀ, ਚਾਹੇ ਉਹ ਗਰੀਬ ਸੀ, ਚਾਹੇ ਮਿਡਲ ਵਰਗ ਸੀ, ਚਾਹੇ ਕਾਟੇਜ ਇੰਡਸਟਰੀ ਸੀ, ਚਾਹੇ ਵੱਡੀ ਇੰਡਸਟਰੀ ਸੀ, ਪੂਰੀ ਤਰ੍ਹਾਂ ਰੱਖ ਕੇ 4.5 ਸਾਲ ਉਹਨਾਂ ਨੂੰ ਲੁੱਟਿਆ, ਉਹਨਾਂ ਦੀਆਂ ਜੇਬਾਂ ਚੋਂ ਪੈਸੇ ਕਢਵਾਏ। ਔਰ ਅੱਜ ਜਾ ਕੇ ਜਦੋਂ 6 ਮਹੀਨੇ ਰਹਿ ਗਏ ਆ ਲੋਕਾਂ ਨੂੰ ਬੇਵਕੂਫ ਬਣਾਉਣ ਲਈ, ਉਹਨਾਂ ਦੇ ਜਿੱਦਾਂ ਨਾ ਊਠ ਤੋਂ ਛਾਨਣੀ ਲਾਈਦੀ ਆ, ਤਾਂ ਚੱਕ ਕੇ 9 ਪੈਸੇ 10 ਪੈਸੇ 50 ਪੈਸੇ ਉਹਨਾਂ ਨੂੰ ਕਹਿਤਾ ਜੀ ਤੁਹਾਡੇ ਤੋਂ ਅਸੀਂ ਘੱਟ ਲੈ ਰਹੇ ਹਾਂ। ਪਰ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ, 2018 ਚ ਇਹਨਾਂ ਨੇ ਸਾਰੇ ਹੀ ਵਰਗਾਂ ਦੇ ਉੱਤੇ ਫਿਕਸ ਚਾਰजेस ਲਾਏ ਆ। ਆ ਜਿਹੜਾ ਹੁਣ 50 ਪੈਸੇ ਪ੍ਰਤੀ ਯੂਨਿਟ ਘਟਾ ਕੇ ਬੜੀ ਵੱਡੀਆਂ ਖਬਰਾਂ ਬਟੋਰ ਲਈਆਂ, ਪਰ ਜਰਾ ਪਿੱਛੋਂ ਇਹਨਾਂ ਨੂੰ ਫਿਕਸ ਚਾਰजेस ਲਾਏ ਆ। 35 ਰੁਪਏ ਪਰ ਕਿਲੋਵਾਟ ਪਰ ਮੰਥ, 2 ਮਹੀਨੇ ਦਾ ਬਿੱਲ ਆਉਂਦਾ ਪਰ ਮੰਥ ਪਰ ਕਿਲੋਵਾਟ। ਮੈਨੀਫੈਸਟੋ ਕਮੇਟੀ ਦੀ ਇੰਡਸਟਰੀ ਨਾਲ ਮੀਟਿੰਗ ਹੋਈ, ਔਰ ਉਸ ਮੀਟਿੰਗ ਦੇ ਵਿੱਚ ਮੈਂ ਹੀ ਕਰਵਾਈ ਸੀ ਲੁਧਿਆਣਾ ਸ਼ਹਿਰ, ਔਰ ਉਸ ਮੀਟਿੰਗ 'ਚ ਸਾਡੇ ਨਾਲ ਕਮਿਟਮੈਂਟ ਹੋਈ ਕਿ ਅਸੀਂ ਤੁਹਾਨੂੰ ਜਿਹੜੀ ਬਿਜਲੀ ਆ ਉਹ 5 ਰੁਪਏ ਦਿਆਂਗੇ। ਲੇਕਿਨ ਜੇ ਇਹ 4.25 ਸਾਲ ਹੋ ਗਏ, ਪਹਿਲਾ ਸਾਲ ਤਾਂ ਅਕਾਲੀ ਬੀਜੇਪੀ ਗਵਰਨਮੈਂਟ ਦੇ ਜਿਹੜੇ ਕੰਡੇ ਬਖੇਰੇ ਹੋਏ ਸੀ ਉਹਨਾਂ ਨੂੰ ਚੁੱਕਦੇ ਹੀ ਨਾ। ਅਗਲੇ ਜਿਹੜੇ 2 ਸਾਲ ਹੈ ਉਹ ਤਾਂ ਕਰੋਨਾ ਨੇ ਖਰਾਬ ਕਰ ਦਿੱਤੇ। ਚਲੋ, ਇਹ ਤਾਂ ਚੀਜ਼ਾਂ ਦੂਜੇ ਧਿਰ ਤੇ ਸਿੱਟਣ ਵਾਲੀ ਗੱਲ ਹੋਊਗੀ। ਖੈਰ, ਉਹਨਾਂ ਦਾ ਵੀ ਇੱਕ ਲੈ ਲੈਣੇ ਆਪਾਂ ਕਮੈਂਟ। ਫੈਕਚੁਅਲ ਪੋਜੀਸ਼ਨ ਹੈ, ਕਿਉਂਕਿ ਤੁਸੀਂ ਜੇਕਰ ਘਰ ਵਿੱਚ ਕਿਸੇ ਵੀ ਚੀਜ਼ ਦੇ ਉੱਪਰ ਇਨਵੈਸਟਮੈਂਟ ਕਰਨੀ ਹੈ ਤੁਹਾਡੇ ਕੋਲ ਸਪੇਅਰ ਪੈਸੇ। ਠੀਕ ਹੈ ਭਾਰਤੀ ਜੀ, ਤੁਹਾਡੇ ਕੋਲ ਵਾਪਸ ਆਨੇ। ਇੱਕ ਕਮੈਂਟ ਟੀਨੂ ਜੀ ਦਾ ਲੈ ਲਈ। ਟੀਨੂ ਜੀ, ਸਿੱਧੇ ਤੌਰ ਤੇ ਸਾਰਾ ਜਿਹੜਾ ਠੀਕ ਰਿਹਾ ਉਹ ਪੁਰਾਣੀ ਸਰਕਾਰ ਦੇ ਉੱਤੇ ਹੀ ਸਿੱਟ ਰਹੇ ਨੇ। ਕਹਿੰਦੇ ਕਿ ਤੁਸੀਂ ਕਰਾਰ ਕਰ ਗਏ ਸੀ, ਉਹਦੇ ਕਰਕੇ ਹੀ ਸਾਨੂੰ ਬਿਜਲੀ ਮਹਿੰਗੀ ਦੇਣੀ ਪੈ ਰਹੀ ਸੀ। ਦੇਖੋ, ਅੱਜ ਨਾ ਬਿੱਲੀ ਥੈਲੇ ਚੋਂ ਬਾਹਰ ਆ ਗਈ।
ਇਹ ਕਹਿੰਦੇ ਸੀ ਵੀ ਅਸੀਂ ਇਸ ਕਰਕੇ ਨਹੀਂ, ਪਹਿਲਾਂ ਇਹ ਕਹਿੰਦੇ ਰਹੇ 4 ਸਾਲ ਬਈ ਅਸੀਂ ਇਸ ਕਰਕੇ ਨਹੀਂ ਬਿਜਲੀ ਦੇ ਰੇਟ ਘਟਾ ਸਕਦੇ ਕਿ ਪਿਛਲੀ ਸਰਕਾਰ ਐਗਰੀਮੈਂਟ ਕਰ ਗਈ ਹੈ। ਠੀਕ ਹੈ। ਅੱਛਾ, ਜੇ ਐਗਰੀਮੈਂਟ ਕਰ ਗਈ ਆ ਤੇ ਤੁਹਾਡੇ ਕੋਲ ਪੂਰੀ ਮੈਜੋਰਟੀ ਆ ਵਿਧਾਨ ਸਭਾ ਦੇ ਅੰਦਰ, ਤੁਸੀਂ ਐਗਰੀਮੈਂਟ ਕੈਨਸਲ ਕਰ ਸਕਦੇ ਆ। ਅੱਛਾ, ਜੇ ਹੁਣ ਫਿਰ 50 ਪੈਸੇ 75 ਪੈਸੇ ਕਿੱਦਾਂ? ਨਹੀਂ, ਮੈਂ ਤੁਹਾਡੀ ਗੱਲ 'ਚ ਬੋਲਿਆ। ਚਲੋ ਭਾਰਤੀ ਜੀ ਆਪਾਂ ਕਮੈਂਟ ਲੈ ਲਈਏ, ਤੁਹਾਡੇ ਕੋਲ ਵਾਪਸ ਆ ਰਿਹਾ। ਮੈਂ ਇੱਕ ਕਮੈਂਟ ਲੈ ਲਈ ਪਹਿਲਾਂ ਉਹਨਾਂ ਦਾ। ਸੁਣੋ ਗੱਲ, ਸਾਰੇ ਫੈਸਲੇ ਚੁਣੀ ਹੋਈ ਸਰਕਾਰ, ਲੋਕਤੰਤਰ ਦੇ ਅੰਦਰ ਕੋਈ ਵੀ ਫੈਸਲਾ ਨਵਾਂ ਲੈਣਾ ਉਹ ਚੁਣੀ ਹੋਈ ਸਰਕਾਰ ਲੈ ਸਕਦੀ ਆ। ਚੁਣੇ ਹੋਏ ਨੁਮਾਇੰਦੇ ਬਹੁਮਤ ਦੇ ਨਾਲ ਉਹ ਫੈਸਲਾ ਲੈ ਸਕਦੇ ਆ। ਕੋਈ ਵੀ ਐਗਰੀਮੈਂਟ ਹੋਏ ਉਹਨੂੰ ਰੱਦ ਕਰ ਸਕਦੀ ਹੈ। ਠੀਕ ਹੈ। ਇਹਨਾਂ ਨੇ ਰੱਦ ਨਹੀਂ ਕੀਤਾ ਅੱਜ ਤੱਕ। ਔਰ ਇਹ ਕਹਿੰਦੇ ਸੀ ਅਸੀਂ ਰੇਟ ਘਟਾਉਣਾ ਚਾਹੁੰਦੇ ਆ, ਪਰ ਐਗਰੀਮੈਂਟ ਹੀ ਕਹਿੰਦੇ ਇਦਾਂ ਹੋਏ ਅਸੀਂ ਨਹੀਂ ਘਟਾ ਸਕਦੇ। ਹੁਣ ਕਿੱਦਾਂ ਘਟੇ? ਹੁਣ 4.5 ਸਾਲ ਬਾਅਦ 75 ਪੈਸੇ 50 ਪੈਸੇ ਕਿੱਦਾਂ ਘਟਾਤਾ? ਦਿਖਾਵਾ ਕਿੱਦਾਂ ਕਰ ਲਿਆ? ਨੰਬਰ 2, ਮੈਨੂੰ ਜਵਾਬ ਦਿਓ ਬਈ ਜਿਹੜਾ ਕੋਲ ਵਾਸ਼ ਦੇ ਅੰਦਰ ਜਿਹੜਾ ਤੁਸੀਂ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਦਿੱਤਾ 4-4 ਹਜ਼ਾਰ ਕਰੋੜ ਰੁਪਏ ਦਾ, ਉਹਦਾ ਹਿਸਾਬ ਕਿੱਥੋਂ ਦਿਓਗੇ? ਤੁਸੀਂ ਵਕੀਲਾਂ ਨੂੰ ਮੋਟੇ ਖਰਚੇ ਭਰੇ ਸਰਕਾਰ ਦੇ ਖਜ਼ਾਨੇ ਚੋਂ, PSPCL ਕਾਰਪੋਰੇਸ਼ਨ ਦੇ ਵਿੱਚੋਂ। ਇਹ ਨੁਕਸਾਨ ਤਾਂ ਲੋਕਾਂ ਉੱਤੇ ਪਿਆ ਨਾ, ਭਾਰ ਤਾਂ ਲੋਕਾਂ ਦੇ ਪਾਇਆ ਤੁਸੀਂ ਕੋਲ ਵਾਸ਼ ਦੇ ਨਾਂ ਤੇ 1400 ਕਰੋੜ ਰੁਪਈਆ ਔਰ ਟੋਟਲ 4000 ਕਰੋੜ ਰੁਪਏ ਦਾ ਲਾਸ ਜਿਹੜਾ ਆ ਉਹ ਤੁਹਾਡੀ ਸਰਕਾਰ ਨੇ ਕੀਤਾ। ਉਹਦਾ ਬੋਝਾ ਲੋਕਾਂ ਤੇ ਆਇਆ। ਤੇ ਜੇ ਹੁਣ ਵੀ ਹਿੰਮਤ ਆ ਤੁਹਾਡੀ ਸਰਕਾਰ 'ਚ ਤੇ ਤੁਸੀਂ ਐਗਰੀਮੈਂਟ ਕੈਨਸਲ ਕਰ ਦਿਓ। ਤੁਹਾਡੇ ਕੋਲ ਪੂਰੀ ਮੈਜੋਰਟੀ ਆ, 78 ਤੁਹਾਡੇ ਕੋਲ MLA ਆ, ਕਰੋ ਇਹਨੂੰ ਕੈਨਸਲ ਕਰੋ। ਕਿਉਂ ਨਹੀਂ ਕਰਦੇ? ਦੇਖੋ, ਜਿਹੜਾ ਰੇਟ ਬਿਜਲੀ ਦਾ ਸਾਡੇ ਵੇਲੇ ਸੀ, ਅੱਜ ਉਸ ਤੋਂ ਕਿਤੇ ਜ਼ਿਆਦਾ ਰੇਟ ਆ ਬਿਜਲੀ ਦੇ। ਅੱਜ ਤੁਸੀਂ ਲੋਕਾਂ ਕੋਲ ਪੁੱਛ ਕੇ ਦੇਖੋ, ਲੋਕ ਤਰਾ ਕਰਦੇ ਆ। ਗਵਾਂਢੀ ਸੂਬੇ ਨਾਲੋਂ ਦੁੱਗਣੇ ਰੇਟ ਹੋਇਆ ਹੈ ਜੀ ਇੱਥੇ। ਸਾਰਿਆਂ ਨਾਲੋਂ ਮਹਿੰਗੇ, ਸਾਰਿਆਂ ਨਾਲੋਂ ਮਹਿੰਗੀ ਬਿਜਲੀ ਇਸ ਵੇਲੇ ਪੰਜਾਬ 'ਚ ਆ। ਜਦ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਸਾਡੀ ਗਵਰਨਮੈਂਟ ਸੀ, ਔਰ ਸਾਰੇ ਗੁਆਂਢੀ ਸੂਬਿਆਂ ਤੋਂ ਸਸਤੀ ਬਿਜਲੀ ਸਾਡੀ ਸੀਗੀ। ਇਹ ਗੱਲਾਂ ਹੁਣ ਜੇ ਵੈਸੇ ਜਵਾਬ ਦੇਣੇ ਪੋਲੀਟੀਕਲੀ ਤੇ ਜੋ ਮਰਜ਼ੀ ਕਰੀ ਚਲੋ। ਆ ਫਿਕਸ ਚਾਰजेस ਦਾ ਮੈਨੂੰ ਜਵਾਬ ਦੇ ਦਿਓ। 2018 ਚ ਕਾਂਗਰਸ ਗਵਰਨਮੈਂਟ ਨੇ ਸਾਰੇ ਵਰਗਾਂ ਦੇ ਉੱਤੇ, ਸਾਰੇ ਕੰਜ਼ਿਊਮਰ ਦੇ ਉੱਤੇ ਫਿਕਸ ਚਾਰजेस ਲਾਏ। ਕਿਉਂ ਲਾਏ? ਕੀ ਇਹਨੂੰ ਵਾਪਸ ਨਹੀਂ ਲਿਆ ਜਾ ਸਕਦਾ? ਚਲੋ, ਇਹ ਵੀ ਐਗਰੀਮੈਂਟ ਦੇ ਵਿੱਚ ਸੀ। ਠੀਕ ਹੈ, ਚਲੋ ਟੀਨੂ ਜੀ ਵਾਪਸ ਤੁਹਾਡੇ ਕੋਲ ਆਣਾ। ਜਿੰਦਲ ਜੀ ਸਾਡੇ ਨਾਲ ਜੁੜ ਚੁੱਕੇ ਨੇ। ਜਿੰਦਲ ਜੀ, ਤੁਸੀਂ ਕੀ ਕਮੈਂਟ ਕਰ ਦਿਓ? ਇੱਕ ਕਮੈਂਟ ਤੁਸੀਂ ਵੀ ਦੇ ਦਿਓ। ਕਨੈਕਸ਼ਨ ਸਾਡਾ ਲੌਸਟ ਹੋ ਗਿਆ ਸੀਗਾ, ਤੁਸੀਂ ਕਿਵੇਂ ਦੇਖਦੇ ਹੋ? ਕਿ ਜਦੋਂ ਦੀ ਸਰਕਾਰ ਬਣੀ ਹੈ, ਇੰਡਸਟਰੀ ਨਾਲ ਇੱਕ ਬਹੁਤ ਬੜਾ ਧੋਖਾ ਮੈਨੀਫੈਸਟੋ ਚ ਕੀਤਾ ਗਿਆ ਸੀ। 5 ਰੁਪਏ ਬਿਜਲੀ ਦਾ। ਪਰ ਜਿੰਦਲ ਜੀ, ਉਹ ਤਾਂ ਉੱਥੇ ਦਾ ਬੋਰਡ ਲੱਗੇ ਪਏ ਨੇ, ਹੋਰਡਿੰਗ ਲੱਗੇ ਨੇ ਏਡੇ ਵੱਡੇ। ਸਰ, ਝੂਠ ਦਾ ਪ੍ਰਚਾਰ ਜਿੰਨਾ ਕਰੀ ਜਾਓ, ਝੂਠ ਛੁਪਣ ਵਾਲਾ ਨਹੀਂ ਹੈ। ਅੱਜ ਫਿਕਸ ਇਹਨਾਂ ਦੇ ਜਿਹੜੇ ਕੰਜ਼ੰਪਸ਼ਨ ਚਾਰजेस ਉਹ 5 ਰੁਪਏ ਹੈ। ਉਹਦੇ ਉੱਪਰ ਇਹਨਾਂ ਨੇ ਫਿਕਸ ਚਾਰजेस ਲਗਾ ਦਿੱਤੇ। ਉਹਦੇ ਉੱਪਰ 22% ਟੈਕਸ ਲਾ ਦਿੱਤਾ। ਜੇ ਅੱਜ ਸਹੀ ਮੈਨੇ ਚ ਇੰਡਸਟਰੀ ਨੂੰ ਬਿਜਲੀ ਦੇਖੀਏ ਤਾਂ ਜਿਹੜੀ ਮਿਨੀਮਮ ਹੈ ਉਹ 7 ਰੁਪਏ ਦੇ ਆਸ-ਪਾਸ ਪੈਂਦੀ ਹੈ ਤੇ ਮੈਕਸਿਮਮ 15 ਤੋਂ 20 ਰੁਪਏ ਯੂਨਿਟ ਤੱਕ ਵੀ ਇੰਡਸਟਰੀ ਨੂੰ ਪੈ ਰਹੀ ਹੈ। ਬਦਕਿਸਮਤੀ ਇਹ ਹੈ ਕਿ ਜਿਹੜੀ ਇੰਡਸਟਰੀ ਜਿੰਨੀ ਸਿੱਕ ਹੈ ਜਾਂ ਜਿੰਨੀ ਘੱਟ ਕੰਜ਼ੰਪਸ਼ਨ ਕਰੇਗੀ, ਉਹਨੂੰ ਓਨਾ ਹੀ ਜ਼ਿਆਦਾ ਜਿਹੜਾ ਬਿਜਲੀ ਦਾ ਰੇਟ ਹੈ ਉਹ ਸਰਕਾਰ ਨੂੰ ਦੇਣਾ ਪਏਗਾ। ਦੂਸਰਾ, ਜਿਹੜਾ ਇਹ ਨਵੇਂ ਰੇਟਾਂ ਦੀ ਗੱਲ ਕਰਦੇ ਆ ਕਿ ਰੈਗੂਲੇਟਰੀ ਅਥਾਰਟੀ ਨੂੰ ਜੇ ਲੱਗਦਾ ਸੀ ਕਿ ਬੋਰਡ ਨੂੰ ਪ੍ਰੋਫਿਟ ਹੋਇਆ ਤਾਂ ਉਹਨੂੰ ਸਾਰੇ ਸੈਕਟਰਸ ਨੂੰ ਅਕ੍ਰੋਸ ਦਾ ਬਾਰ ਰਿਲੀਫ ਦੇਣਾ ਚਾਹੀਦਾ ਸੀ। ਇਹ ਨਹੀਂ ਹੈ ਕਿ 62 ਲੱਖ ਵੋਟਰ ਜਿਹੜਾ ਆ ਉਹ ਗਰੀਬੀ ਰੇਖਾ ਤੋਂ ਨੀਚੇ ਹੈ। ਕਿਉਂਕਿ ਵੋਟਾਂ ਤਾਂ ਉਹਨਾਂ ਨੇ ਵੀ ਪਾਈ ਹੈ ਜਿਹੜੇ 300 ਯੂਨਿਟ ਤੋਂ ਉੱਪਰ ਬਿਜਲੀ ਯੂਜ਼ ਕਰਦੇ ਨੇ। ਮੈਂ ਉਹੀ ਗੱਲ ਕਰ ਰਿਹਾ ਕਿ ਜੇ ਇਹ ਰੈਗੂਲੇਟਰੀ ਕਮਿਸ਼ਨ ਦਾ ਕੰਮ ਨਹੀਂ ਹੁੰਦਾ, ਇਹ ਕੰਮ ਸਰਕਾਰਾਂ ਦੇ ਹੁੰਦੇ ਆ ਕਿ ਆਪਣੀ ਜੇਬ ਦੇ ਵਿੱਚੋਂ ਕੋਈ ਸੈਕਟਰ ਵੀਕ ਹੈ ਤਾਂ ਉਹਨੂੰ ਸਬਸਿਡੀ ਦੇਣੀ। ਚਾਹੇ ਜੇ 7000 ਕਰੋੜ ਅਸੀਂ ਫਾਰਮਿੰਗ ਸੈਕਟਰ ਨੂੰ ਦੇ ਰਹੇ ਹਾਂ ਜਾਂ 1300 ਕਰੋੜ ਰੁਪਏ ਅਸੀਂ ਬਾਕੀ ਐਸਸੀਜ਼ ਜਾਂ ਹੋਰ ਸੈਕਟਰਸ ਨੂੰ ਜਾਂ ਜਿਹੜੇ ਲੋਅਰ ਕਲਾਸਿਸ ਨੇ ਉਹਨਾਂ ਨੂੰ ਦੇ ਰਹੇ ਆ ਅਸੀਂ ਸਬਸਿਡੀ। ਉਹ ਗਵਰਨਮੈਂਟ ਦੇ ਸਬਸਿਡੀ ਦੇ ਅਲੱਗ ਸਿਸਟਮ ਹੈ। ਲੇਕਿਨ ਜਿਹੜਾ ਰੈਗੂਲੇਟਰੀ ਕਮਿਸ਼ਨ ਹੈ ਉਹ ਕਦੇ ਏਦਾਂ ਨਹੀਂ ਕਰਦਾ ਕਿ ਇੱਕ ਬਜਟ ਦੇ ਵਿੱਚ ਹੀ ਜਾਂ ਇੱਕ ਫਾਈਨੈਂਸ਼ੀਅਲ ਈਅਰ ਦੇ ਵਿੱਚ ਹੀ ਇੱਕ ਸੈਕਟਰ ਨੂੰ ਬਿਜਲੀ ਘਟਾ ਦਿੱਤੀ ਜਾਵੇ ਤੇ ਦੂਜੇ ਨੂੰ ਵਧਾ ਦਿੱਤੀ ਜਾਵੇ। ਰੈਜ਼ੀਡੈਂਸ਼ੀਅਲ ਚ ਹੀ ਦੇਖ ਲਈਏ, ਰੈਜ਼ੀਡੈਂਸ਼ੀਅਲ ਦੇ ਵਿੱਚ ਹੀ 7 ਕਿਲੋਵਾਟ ਤੋਂ ਥੱਲੇ ਵਾਲਿਆਂ ਨੂੰ ਅਲੱਗ ਰੇਟ ਘਟਾ ਦਿੱਤਾ ਗਿਆ, 7 ਕਿਲੋਵਾਟ ਤੋਂ ਉੱਪਰ ਵਾਲਿਆਂ ਨੂੰ ਅਲੱਗ ਰੇਟ ਵਧਾ ਦਿੱਤਾ ਗਿਆ, ਜਿਹੜਾ ਕਿ ਫੁੱਲੀ ਜਿਹੜਾ ਅਨਜਸਟੀਫਾਈਡ ਇੱਕ ਜਿਹੜਾ ਸਿਸਟਮ ਹੈ ਉਹ ਬਣਾਇਆ ਗਿਆ। ਦੂਸਰੀ ਗੱਲ ਇਹ ਹੈ ਕਿ ਜਿਹੜੇ ਜੋ ਵੀ ਇੰਡਸਟਰੀ ਦੇ ਉੱਪਰ ਬਰਡਨ ਪਏਗਾ, ਸੀ ਇੱਕ ਗੱਲ ਮੰਨਣ ਨੂੰ ਤਿਆਰ ਹੈ
ਕਿ ਇਹਨਾਂ ਨੇ ਲਾਰਜ ਸਕੇਲ ਨੂੰ ਰੇਟ ਵਧਾ ਦਿੱਤੇ, ਉਹਨਾਂ ਦੇ ਫਿਕਸ ਚਾਰजेस ਵਧਾ ਦਿੱਤੇ, ਉਹਨਾਂ ਦੇ ਜਿਹੜੇ ਨੇ ਲਾਰਜ ਸਕੇਲ 'ਚ ਕੌਣ ਆਉਂਦੇ ਸੀ? ਠੀਕ ਹੈ। ਧਾਗੇ ਦੀਆਂ ਕੰਪਨੀਆਂ ਆਉਂਦੀਆਂ ਨੇ, ਸਟੀਲ ਦੀਆਂ ਮਿਲਾਂ ਆਉਂਦੀਆਂ ਨੇ। ਲੋਹਾ ਜਦੋਂ ਵੀ ਪੰਜਾਬ 'ਚ ਮਹਿੰਗਾ ਹੋਏਗਾ, ਪੰਜਾਬ ਦੀ ਛੋਟੀ ਇੰਡਸਟਰੀ ਵੀ ਵਾਇਬਿਲਿਟੀ 'ਚੋਂ ਬਾਹਰ ਹੋ ਜਾਏਗੀ। ਇਹ ਨਹੀਂ ਹੈ ਕਿ ਜੇ ਉਹਦਾ ਅਸਰ ਸਿਰਫ ਬੜੀ ਇੰਡਸਟਰੀ ਤੇ ਪਏਗਾ, ਕੋਈ ਵੀ ਜਿਹੜਾ ਵੀ ਰੇਟ ਵਧੇਗਾ ਉਹਦਾ ਅਸਰ ਉੱਪਰ ਤੋਂ ਲੈ ਕੇ ਨੀਚੇ ਤੱਕ ਵਾਇਬਿਲਿਟੀ ਤੇ ਪਏਗਾ। ਸਾਰੇ ਪ੍ਰਭਾਵਿਤ ਹੁੰਦੇ ਨੇ। ਮਹਿੰਗਾ ਮਿਲੇਗਾ ਤੇ ਅਲਟੀਮੇਟਲੀ ਜਿਹੜਾ ਸਾਡੇ ਪ੍ਰੋਡਕਟ ਦੀ ਕਾਸਟ ਆ ਮਹਿੰਗੀ ਹੋਏਗੀ। ਪੰਜਾਬ ਤੇ ਪਹਿਲਾਂ ਹੀ ਇੰਡਸਟਰੀ ਬਾਹਰ ਜਾ ਰਹੀ ਹੈ। ਚਲੋ ਜਿੰਦਲ ਜੀ ਇੱਕ ਆਪਾਂ ਠੀਕ ਹੈ, ਜਿੰਦਲ ਜੀ ਕਮੈਂਟ ਭਾਰਤੀ ਜੀ ਦਾ ਵੀ ਲੈ ਲਈਏ। ਭਾਰਤੀ ਜੀ ਬਿਲਕੁਲ ਸਿੱਧੇ ਤੌਰ ਤੇ ਚਾਹੇ ਪਵਨ ਕੁਮਾਰ ਟੀਨੂ ਜੀ ਹੋਰਾਂ ਦੀ ਗੱਲ ਹੋਵੇ, ਉਹਨਾਂ ਨੇ ਵੀ ਇਹੀ ਸਵਾਲ ਚੁੱਕੇ ਨੇ। ਤਾਂ ਹੁਣ ਜਿਹੜੇ ਸਾਡੇ ਵਪਾਰੀ ਸਾਥੀ ਨੇ ਇੰਡਸਟਰੀ ਨਾਲ ਜੁੜੇ ਹੋਏ ਨੇ, ਉਹ ਵੀ ਕਹਿ ਰਹੇ ਨੇ ਕਿ ਸਿਰਫ ਝੂਠੇ ਦਾਅਵੇ ਨੇ, ਝੂਠੇ ਵਾਅਦੇ ਨੇ ਜਿਹੜੇ ਐਡੇ ਐਡੇ ਹੋਰਡਿੰਗਸ ਲੱਗੇ ਹੋਏ ਨੇ। ਨਹੀਂ, ਉਹਨਾਂ ਨੇ ਆਪ ਹੀ ਤੁਹਾਨੂੰ ਕਲੀਅਰ ਕੀਤਾ ਕਿ ਬਈ ਜਿਹੜਾ એનર્ਜੀ ਬੇਸਿਕ ਪ੍ਰਾਈਸ ਹੈ ਉਹ 5 ਰੁਪਏ ਹੈ। ਉਸ ਤੋਂ ਬਾਅਦ ਫਿਰ ਫਿਕਸ ਚਾਰजेस ਹੈ, ਉਹ ਜਿੰਨੀ ਕੰਜ਼ੰਪਸ਼ਨ ਜੇ ਵਧਣੀ ਆ ਤਾਂ ਉਹਦੇ ਰੇਟ ਘਟ ਜਾਂਦੇ ਆ। ਜੇਕਰ ਕੰਜ਼ੰਪਸ਼ਨ ਘੱਟ ਹੋਊਗੀ ਤਾਂ ਜਿਹੜਾ ਫਿਕਸ ਚਾਰजेस ਹੈ ਉਹ ਤਾਂ ਉਹਨਾਂ ਨੂੰ ਫੀਡ ਕਰਨਾ ਹੀ ਪੈਣਾ। ਚਲੋ ਭਾਰਤੀ ਜੀ ਇੱਕ ਇਸ ਚੀਜ਼ ਦਾ ਜਵਾਬ ਦੇ ਦਿਓ। ਭਾਰਤੀ ਜੀ ਹੁਣ 300 ਯੂਨਿਟ ਤੱਕ ਵਾਲੇ ਨੂੰ ਰਿਆਇਤ ਦਿੱਤੀ ਗਈ, ਜਿਹੜੇ 300 ਯੂਨਿਟ ਤੋਂ ਉੱਪਰ ਵਾਲੇ ਨੇ ਉਹ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਕਿ ਬਹੁਤ ਵੱਡੇ ਲੈਂਡਲੋਰਡ ਹੋਣਗੇ ਜੇ ਉਹਨਾਂ ਨੂੰ ਫਾਇਦਾ ਨਹੀਂ ਮਿਲਣਾ। ਵੋਟਾਂ ਪਾਈਆਂ ਨੇ ਉਹਨਾਂ ਨੇ ਵੀ। ਅੱਜ ਕੱਲ ਘਰਾਂ ਦੇ ਵਿੱਚ ਇੱਕ ਦੋ ਏਸੀ ਤਾਂ ਹੈ ਹੀ ਨੇ ਨਾ। ਗਗਨ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਂ ਜਿਹੜੀ ਗੱਲ ਤੁਹਾਨੂੰ ਪਹਿਲਾਂ ਵੀ ਦੱਸੀ ਹੈ ਕਿ ਕਈ ਪ੍ਰੋਬਲਮਸ ਨੇ। ਜਿੱਦਾਂ ਹੁਣ ਟੀਨੂ ਜੀ ਨੇ ਕਿਹਾ ਵੀ ਜਿਹੜੀਆਂ ਨਾਲ ਲੱਗਦੀਆਂ ਸਟੇਟਸ ਹੈ ਉੱਥੇ ਬਿਜਲੀ ਸਸਤੀ ਹੈ ਔਰ ਸਾਡੇ ਇੱਥੇ ਮਹਿੰਗੀ ਹੈ। ਮੈਂ ਉਹਨਾਂ ਨਾਲ ਇਸ ਗੱਲ ਤੇ ਸਹਿਮਤ ਹਾਂ, ਪਰ ਮੈਂ ਨਾਲ ਬੜੇ ਅਦਬ ਨਾਲ ਇੱਕ ਸਵਾਲ ਪੁੱਛਣਾ ਚਾਹਨਾ ਕਿ ਕੀ ਜਿੱਦਾਂ ਅਸੀਂ ਇੱਥੇ 8000 ਕਰੋੜ ਦੀ ਸਬਸਿਡੀ ਐਗਰੀਕਲਚਰ ਸੈਕਟਰ ਨੂੰ ਦੇ ਰਹੇ ਹਾਂ, ਸਾਡੇ ਨਾਲ ਲੱਗਦੀਆਂ ਸਟੇਟਾਂ ਦੇ ਰਹੀਆਂ? ਅਸੀਂ ਕਿਸੇ ਨੂੰ ਵੀ ਇੱਥੇ ਇਗਨੋਰ ਨਹੀਂ ਕਰਨਾ ਚਾਹੁੰਦੇ, ਕਿਉਂਕਿ ਐਗਰੀਕਲਚਰ ਸੈਕਟਰ ਨੂੰ ਸੈਂਟਰਲ ਗਵਰਨਮੈਂਟ ਪਹਿਲਾਂ ਹੀ ਮਾਰਨ ਤੇ ਲੱਗੀ ਹੋਈ ਹੈ। ਅੱਜ ਜੇਕਰ ਅਸੀਂ ਸੈਂਟਰਲ ਗਵਰਨਮੈਂਟ ਦਾ ਜਿਹੜਾ ਵਾਰ ਹੈ ਐਗਰੀਕਲਚਰ ਸੈਕਟਰ ਤੇ ਕੀਤਾ ਹੋਇਆ, ਜੇ ਅਸੀਂ ਐਗਰੀਕਲਚਰ ਸੈਕਟਰ ਦਾ ਸਾਥ ਨਹੀਂ ਦਿੰਦੇ ਤਾਂ ਉਹ ਹੋਰ ਵਿਚਾਰਾ ਉੱਥੇ ਰਗੜਿਆ ਜਾਏਗਾ। ਇਸ ਲਈ ਜਿਹੜੀ 8000 ਕਰੋੜ ਦਾ ਸਿੱਧਾ ਸਾਡੇ ਤੇ ਖਰਚਾ ਹੈ ਉਹ ਸਾਡੇ ਨਾ ਹਿਮਾਚਲ ਨੂੰ ਹੈ, ਨਾ ਜੰਮੂ ਕਸ਼ਮੀਰ ਨੂੰ ਹੈ, ਨਾ ਹਰਿਆਣੇ ਨੂੰ ਹੈ। ਔਰ ਇਹ ਖਰਚਾ ਜਿਹੜਾ ਹੈ ਇਹ ਬੀਅਰ ਕਰਨ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਉਹ ਬੀਅਰ ਕਰਨਾ ਪੈ ਰਿਹਾ ਤਾਂ ਕਿ ਜਿਹੜਾ ਐਗਰੀਕਲਚਰ ਸੈਕਟਰ ਹੈ ਉਹਨੂੰ ਬਚਾਇਆ ਜਾਵੇ। ਉਹ ਸਰਕਾਰ ਜਿਹੜੀ ਹੈ ਸਾਡੀ ਸੈਂਟਰਲ ਗਵਰਨਮੈਂਟ ਉਹ ਤਾਂ ਪਹਿਲਾਂ ਹੀ ਐਗਰੀਕਲਚਰ ਸੈਕਟਰ ਨੂੰ ਮਾਰਨ ਨੂੰ ਫਿਰਦੀ ਹੈ। ਪਰ ਭਾਰਤੀ ਜੀ ਇਹ ਸਰਕਾਰ ਤੇ ਘੱਟ ਬੋਝ ਪੈ ਰਿਹਾ, ਆਮ ਲੋਕਾਂ ਤੇ ਜ਼ਿਆਦਾ ਪੈ ਰਿਹਾ ਬੋਝ। ਚਲੋ ਵਾਪਸ ਤੁਹਾਡੇ ਤੱਕ ਆਉਂਦੇ ਆ ਦੁਬਾਰਾ। ਗਗਨ ਜੀ ਸਰਕਾਰਾਂ ਦੀ ਜਿਹੜੀ ਇਨਕਮ ਹੈ ਉਹ ਲੋਕਾਂ ਦੀ ਆਣੀ ਹੈ ਨਾ। ਅੱਜ ਕੋਵਿਡ ਕਾਰਨ ਰੈਵਨਿਊ ਬਿਲਕੁਲ ਨਹੀਂ ਆ ਰਿਹਾ। ਔਰ GST ਤੁਸੀਂ ਕੱਲ ਵੀ ਸਾਡੇ ਫਾਈਨਾਂਸ ਮਿਨਿਸਟਰ ਨੇ GST ਨਾ ਮਿਲਣ ਦਾ ਗਿਲਾ ਕੀਤਾ ਸੈਂਟਰਲ ਗਵਰਨਮੈਂਟ ਨਾਲ ਕਿ ਸਾਨੂੰ ਤੁਸੀਂ ਜਿਹੜੀ ਹੈ ਸਾਡੇ GST ਦਾ ਜੋ ਸ਼ੇਅਰ ਬਣਦਾ ਉਹ ਸਾਨੂੰ ਨਹੀਂ ਦਿੰਦੇ ਔਰ ਸਾਨੂੰ ਤੁਸੀਂ ਚੂਨਾ ਲਾ ਰਹੇ। ਔਰ 35000 ਕਰੋੜ ਰੁਪਈਆ ਸੈਂਟਰਲ ਗਵਰਨਮੈਂਟ ਨੇ ਵੈਕਸੀਨ ਲਈ ਰੱਖਿਆ ਸੀਗਾ, ਇੱਕ ਪੈਸਾ ਨਹੀਂ ਖਰਚਿਆ ਉਹਨਾਂ ਨੇ। ਔਰ ਅੱਜ ਉਹ ਸਟੇਟ ਗਵਰਨਮੈਂਟ ਨੂੰ ਕਹਿੰਦੇ ਨੇ ਵੀ ਤੁਸੀਂ ਖਰੀਦੋ। ਅਲਟੀਮੇਟਲੀ ਕੋਈ ਵੀ ਕਿਸੇ ਨੂੰ ਫੈਸਿਲਿਟੀ ਦੇਣੀ ਹੈ ਉਹ ਪੈਸੇ ਨਾਲ ਹੀ ਹੁੰਦੀ ਹੈ। ਚਲੋ ਭਾਰਤੀ ਜੀ ਜੇ ਆਪਾਂ ਹਾਲਾਤ ਕਰੀਏ, ਜੇ ਕੋਵਿਡ ਦੀ ਤੁਸੀਂ ਗੱਲ ਕਰਦੇ ਹੋ ਤਾਂ ਕੋਵਿਡ ਲਈ ਹਾਲਾਤ ਉਹੀ ਰਹੇ ਨੇ। ਦਿੱਲੀ ਦੇ ਵਿੱਚ ਬਹੁਤ ਤੁਸੀਂ ਦੇਖੋ ਕਿੱਡਾ ਨੁਕਸਾਨ ਹੋਇਆ, 200 ਯੂਨਿਟ ਉੱਥੇ ਕਿੰਨੇ ਸਮੇਂ ਤੋਂ ਫ੍ਰੀ ਵੀ ਮਿਲ ਰਹੀ ਹੈ। ਤਾਂ ਇੱਕ ਪਵਨ ਕੁਮਾਰ ਟੀਨੂ ਜੀ ਦਾ ਕਮੈਂਟ ਲੈਂਦੇ ਆ, ਫਿਰ ਉਸ ਤੋਂ ਬਾਅਦ ਜਿੰਦਲ ਜੀ ਤੇ ਤੁਹਾਡੇ ਨਾਲ ਵਾਪਸੀ ਕਰਦੇ ਆ। ਜੀ ਟੀਨੂ ਜੀ। ਗਗਨ ਜੀ ਪਹਿਲਾਂ ਤਾਂ ਮੈਂ ਭਾਰਤੀ ਜੀ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਐਗਰੀਕਲਚਰ ਸੈਕਟਰ ਦਾ ਸਬਸਿਡੀ ਦਾ ਬੋਝ ਆ, ਜਿਹੜਾ ਫਾਰਮਰਸ ਨੂੰ ਮੁਫਤ ਬਿਜਲੀ ਦਿੱਤੀ ਆ, ਉਹ ਕਾਂਗਰਸ ਦਾ ਫੈਸਲਾ ਨਹੀਂ ਹੈ, ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਦੇ ਕੇ ਗਏ। ਉਹ ਕੰਟੀਨਿਊ ਰੱਖਿਆ ਜਾ ਰਿਹਾ ਕੰਟੀਨਿਊ ਕਰਨਾ ਪਿਆ ਇਹਨਾਂ ਨੂੰ, ਮਜਬੂਰੀ ਸੀ। ਇਹ ਤਾਂ ਪਿਛਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ 2006 ਚ ਐਗਰੀਕਲਚਰ ਨੂੰ ਜਿਹੜੀ ਵਾਪਸ ਕੀਤੀ ਸੀ ਨਾ, ਉਹ ਵਾਪਸ ਲੈ ਲਿਆ ਸੀ ਫੈਸਲਾ ਮੁਫਤ ਬਿਜਲੀ ਦਾ। ਸੋ ਇਸ ਕਰਕੇ ਸਾਡੇ ਵੇਲੇ ਵੀ ਇਹ ਬਿਜਲੀ ਫਾਰਮਰ ਨੂੰ ਮੁਫਤ ਦਿੱਤੀ ਜਾ ਰਹੀ ਸੀ ਤੇ ਉਸ ਵੇਲੇ ਆਮ ਸੈਕਸ਼ਨ ਨੂੰ ਵੀ ਸਸਤੀ ਬਿਜਲੀ ਦਿੱਤੀ ਜਾ ਰਹੀ ਸੀ। ਇੱਕ ਨੰਬਰ 2 ਜਿਹੜੀ ਗੱਲ ਗਗਨ ਜੀ ਤੁਸੀਂ ਕੀਤੀ ਆ ਵੀ ਆਮ ਘਰਾਂ 'ਚ, ਸ਼ਹਿਰਾਂ 'ਚ, ਕਸਬਿਆਂ 'ਚ 2 ਜਾਂ 1 ਏਸੀ ਹੈਗਾ, 7 ਕਿਲੋਵਾਟ, ਜਿਹਦੇ ਘਰ 'ਚ 2 ਜਾਂ 3 ਏਸੀ ਹੈਗੇ ਆ, 7 ਕਿਲੋਵਾਟ ਤੋਂ ਉੱਪਰ ਜਿਹੜਾ ਪਹਿਲੇ 100 ਯੂਨਿਟ ਬਾਲੂਗਾ ਉਹਨੂੰ 15 ਰੁਪਏ ਵਾਧਾ ਬਿਜਲੀ ਉਹਨੂੰ ਮਹਿੰਗੀ ਕੀਤੀ ਆ। ਜਿਹੜਾ 100 ਤੋਂ 300 ਯੂਨਿਟ ਬਾਲੂਗਾ
ਉਹਨੂੰ 16 ਪੈਸੇ ਮਹਿੰਗੀ ਬਿਜਲੀ ਮਿਲ ਗਈ ਤੇ ਜਿਹੜਾ 300 ਯੂਨਿਟ ਤੋਂ ਉੱਪਰ ਬਾਲੂਗਾ ਉਹਨੂੰ 20 ਪੈਸੇ ਯੂਨਿਟ ਬਿਜਲੀ ਮਹਿੰਗੀ ਕੀਤੀ ਆ ਕੱਲ ਦੇ ਹੁਕਮਾਂ ਨਾਲ। ਇਹ ਐਵੇਂ ਹੀ ਇਹ ਰੌਲਾ ਪਾਉਣ ਦੀ ਕੋਸ਼ਿਸ਼ ਕਾਂਗਰਸ ਕਰ ਰਹੀ ਆ। ਤੇ ਦੂਜਾ ਹੋਰ ਸੁਣ ਲਓ, ਆ ਜਿਹੜਾ ਫਿਕਸ ਚਾਰजेस ਦੀ ਮੈਂ ਗੱਲ ਉਠਾਈ ਆ, ਇਹ ਬੜੀ ਇੰਪੋਰਟੈਂਟ ਆ। ਸਾਡੇ ਵੇਲੇ ਕੋਈ ਫਿਕਸ ਚਾਰजेस ਨਹੀਂ ਸੀ। 2018 ਚ ਕਾਂਗਰਸ ਨੇ ਫਿਕਸ ਚਾਰजेस ਲਾਏ, ਸਾਰਿਆਂ ਨੂੰ, ਕਿਸੇ ਨੂੰ ਨਹੀਂ ਮਾਫ ਕੀਤਾ। ਇੰਡਸਟਰੀ ਦਾ ਤਾਂ ਖਾਤਮਾ ਕਰਤਾ ਵਿਚਾਰੀ ਦਾ। ਛੋਟਾ ਜਿਹੜਾ ਬਿਲਕੁਲ ਛੋਟਾ ਵਰਗਿਆ ਗਰੀਬ, ਉਹਨੂੰ ਵੀ 35 ਰੁਪਏ ਪਰ ਕਿਲੋਵਾਟ ਪਰ ਮੰਥ ਗੂਗਲ ਕੱਟ ਕੇ ਉਹਨੂੰ ਲਾਏ ਆ ਇਲੈਕਟ੍ਰਿਸਿਟੀ ਚਾਰजेस ਫਿਕਸ ਚਾਰजेस। ਤੇ ਜੇ 2 ਮਹੀਨਿਆਂ ਦਾ ਬਿੱਲ ਆਉਂਦਾ 150 ਰੁਪਇਆ ਤਾਂ ਗਰੀਬ ਤੋਂ ਗਰੀਬ ਬੰਦੇ ਨੂੰ ਵਾਧਾ ਕਰ ਦਿੱਤਾ। ਉਸ ਤੋਂ ਬਾਅਦ ਆਪਾਂ ਚੱਲ ਜੀਏ 2 ਕਿਲੋਮੀਟਰ ਤੋਂ ਲੈ ਕੇ 7 ਕਿਲੋਵਾਟ ਤੱਕ, ਉੱਥੇ 60 ਰੁਪਏ ਪਰ ਕਿਲੋਵਾਟ ਇਹਨਾਂ ਨੇ ਫਿਕਸ ਚਾਰजेस ਲਾਏ ਆ। ਤੇ 2 ਮਹੀਨਿਆਂ ਦੇ ਤੁਸੀਂ ਲਾ ਲਓ ਵੀ 1 ਮਹੀਨੇ ਦੇ 60 ਹੋ ਗਏ ਤੇ 2 ਮਹੀਨੇ ਦੇ 120 ਰੁਪਏ ਵੀ ਪੈ ਗਏ ਉਹਨਾਂ ਨੂੰ। ਸੋ ਇਸ ਕਰਕੇ ਤੇ ਜੇ ਆਪਾਂ ਚੱਲ ਜੀਏ 7 ਕਿਲੋਵਾਟ ਜਿਹਦੇ ਵਿੱਚ ਤੁਸੀਂ 2 ਏਸੀ ਜਾਂ 3 ਏਸੀ ਵਾਲੇ ਆ ਜਾਂਦੇ ਆ, ਥੋੜੇ ਜਿਹੇ ਦਰਮਿਆਨੇ ਘਰਾਂ ਵਾਲੇ ਆ ਜਾਂਦੇ ਆ, ਉਹਨਾਂ ਨੂੰ 95 ਰੁਪਏ ਪਰ ਕਿਲੋਵਾਟ ਇਹ ਵਾਅਦਾ ਕੀਤਾ ਇਹਨਾਂ ਨੇ ਗਵਰਨਮੈਂਟ ਨੇ। ਹੁਣ ਔਰ ਦੇਖੋ ਤੁਸੀਂ ਦੇਖੋ ਇਹ ਵੱਡੀ ਗੱਲ ਹੈ ਕਿ ਜਿਹੜੀ ਲੋਅਰ ਮਿਡਲ ਕਲਾਸ ਕਹਿ ਲਓ ਅੱਜ ਕੱਲ, ਇਹ ਤਾਂ ਬੇਸਿਕ ਚੀਜ਼ਾਂ ਨੇ ਜ਼ਿੰਦਗੀ ਜਿਉਣ ਦੇ ਲਈ, ਤਾਂ ਅਪਰ ਮਿਡਲ ਕਲਾਸ ਤਾਂ ਸਭ ਤੋਂ ਵੱਧ ਉਹੀ ਲੋਕ ਪ੍ਰਭਾਵਿਤ ਹੋ ਰਹੇ ਨੇ। 95 ਰੁਪਏ ਪਰ ਕਿਲੋਵਾਟ ਤੇ ਜੇ 7 ਕਿਲੋਵਾਟ ਦਾ ਹਿਸਾਬ ਲਾ ਲਓ ਤੇ ਕਿੰਨਾ ਬੋਝ ਸਰਕਾਰ ਨੇ ਆਮ ਲੋਕਾਂ ਦੇ ਉੱਤੇ ਪਾ ਦਿੱਤਾ ਆ। ਸੋ ਇਹਦਾ ਕੋਈ ਜਵਾਬ ਨਹੀਂ ਸਰਕਾਰ ਦੇ ਕੋਲ। ਪੁੱਛੋ ਜਰਾ, ਮੈਂ ਤਾਂ ਭਾਰਤੀ ਨੂੰ ਪੁੱਛਣਾ ਚਾਹੁੰਦਾ ਵੀ ਇਹ ਫਿਕਸ ਚਾਰजेस ਕਿਉਂ ਲਾਏ ਗਏ ਆ? ਕੀ ਇਹ ਵੀ ਐਗਰੀਮੈਂਟ ਦੇ ਵਿੱਚ ਲਿਖਿਆ ਸੀ? ਅੱਛਾ ਜਿੰਦਲ ਜੀ, ਤੁਸੀਂ ਕਿਵੇਂ ਇੰਡਸਟਰੀ ਵਾਲੇ ਕੀ ਸੋਚਦੇ ਨੇ? ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਇੱਕ ਬੇਸਿਕ ਉਹਨਾਂ ਨੇ ਰੱਖਤਾ 5 ਰੁਪਏ, ਉਸ ਤੋਂ ਬਾਅਦ ਉਹ ਤਾਂ ਲਾਜ਼ਮੀ ਗੱਲ ਹੈ ਕਿ ਜਿਹੜੇ ਕੰਮ ਕਰ ਰਿਹਾ, ਇੰਡਸਟਰੀ ਕਰ ਰਿਹਾ, ਤਾਂ ਜਿਹੜੇ ਖਪਤ ਹੈ ਤਾਂ ਵਧਣੀ ਹੈ। ਤਾਂ ਕਈ ਚੀਜ਼ਾਂ ਨੇ ਜਿਹੜੀਆਂ ਹਿਡਨ ਰੱਖੀਆਂ ਹੋਈਆਂ, ਸ਼ੂਗਰ ਕੋਟਡ ਗੋਲੀ ਕਰ ਲਈ, ਉਹ ਲੋਕਾਂ ਨੂੰ ਸਬਜ਼ਬਾਗ ਦਿਖਾਤੇ। ਇਸ ਵਾਰ ਇੰਡਸਟਰੀ ਕੀ ਸੋਚ ਰਹੀ ਹੈ? ਦੇਖੋ ਗੱਲ ਇਹ ਹੈ ਕਿ ਇੱਕ ਬੇਵਕੂਫ ਬਣਾਉਣ ਵਾਲਾ ਜਿਹੜਾ ਕੰਮ ਹੈ ਬਹੁਤ ਲੰਬੇ ਸਮੇਂ ਤੱਕ ਜਿਹੜਾ ਨਹੀਂ ਚੱਲਦਾ, ਕਿਉਂਕਿ ਇਹ ਜਿਹੜਾ 2 ਪਾਰਟ ਟੈਰਿਫ ਦਾ ਜਿਹੜਾ ਸਿਸਟਮ ਸੀ, ਇਹਨੂੰ ਲਾਗੂ ਕਰਨ ਦੇ ਪਿੱਛੇ ਜਿਹੜਾ ਇੱਕ ਮੁੱਖ ਜਿਹੜਾ ਮੰਤਵ ਨਜ਼ਰ ਆ ਰਿਹਾ ਸੀ, ਉਹ ਇਹੀ ਨਜ਼ਰ ਆ ਰਿਹਾ ਸੀ ਕਿ ਕਿਤੇ ਨਾ ਕਿਤੇ ਜਿਹੜਾ 5 ਰੁਪਏ ਵਾਲੀ ਜਿਹੜੀ ਕਮਿਟਮੈਂਟ ਹੈ, ਉਹਦੀ ਜਿਹੜੀ ਆੜ ਦੇ ਵਿੱਚ 2 ਪਾਰਟ ਟੈਰਿਫ ਲਾਗੂ ਕਰਕੇ ਇਹਨੂੰ ਰੇਟ ਨੂੰ ਵਧਾ ਦੇਣਾ। ਪੂਰੀ ਤਰ੍ਹਾਂ ਇਹ ਪ੍ਰਭਾਵਿਤ ਰਹੀ ਹੈ ਪੂਰੀ ਦੀ ਪੂਰੀ ਕਲਾਸ। ਇਸ ਕਰਕੇ ਇਹਨੂੰ ਕੁਝ ਰਿਲੀਫ ਦੀ ਉਮੀਦ ਸੀ। ਅੱਜ ਦੁਕਾਨਾਂ ਬੰਦ ਨੇ, ਲੋਕਾਂ ਦੇ ਸ਼ੋਰੂਮ ਬੰਦ ਨੇ, ਫੈਕਟਰੀਆਂ ਬੰਦ ਨੇ। ਉਸ ਤੋਂ ਬਾਅਦ ਇੱਕਦਮ ਜਿਹੜਾ ਇਹ ਬਿਜਲੀ ਦਾ ਬੰਬ ਸੁੱਟ ਦੇਣਾ। ਪਹਿਲੀ ਗੱਲ ਤਾਂ ਮੈਂ ਸਰਕਾਰ ਤੋਂ ਪੁੱਛਣਾ ਚਾਹਾਂਗਾ ਕਿ ਇਹ ਰੈਗੂਲੇਟਰੀ ਅਥਾਰਟੀ ਦਾ ਫੈਸਲਾ ਹੈ ਕਿ ਸਰਕਾਰ ਦਾ ਫੈਸਲਾ ਹੈ? ਜੇ ਇਹ ਰੈਗੂਲੇਟਰੀ ਕਮਿਸ਼ਨ ਦਾ ਫੈਸਲਾ ਹੈ ਲੋਕਾਂ ਦੇ ਰੇਟ ਘਟਾਣਾ, ਤੇ ਸਰਕਾਰ ਕਿਸ ਗੱਲ ਦੀ ਵਾਹਵਾਹੀ ਲੈ ਰਹੀ ਹੈ ਕਿ ਅਸੀਂ ਰੇਟ ਘਟਾ ਦਿੱਤੇ? ਤੇ ਜੇ ਸਰਕਾਰ ਦੇ ਇਸ਼ਾਰੇ ਦੇ ਉੱਪਰ ਇਹ ਰੇਟ ਘਟਾਏ ਗਏ ਨੇ ਤਾਂ ਇਹ ਬਹੁਤ ਹੀ ਇੱਕ ਮੰਦਭਾਗੀ ਗੱਲ ਹੈ। ਫਿਰ ਸਰਕਾਰ ਨੂੰ ਇਸ ਗੱਲ ਦਾ ਕ੍ਰੈਡਿਟ ਨਹੀਂ ਲੈਣਾ ਚਾਹੀਦਾ, ਕਿਉਂਕਿ ਜੋ ਸਿਸਟਮ ਹੈ ਉਹ ਰੈਗੂਲੇਟਰੀ ਕਮਿਸ਼ਨ ਇੱਕ ਜਸਟਿਸ ਹੈ, ਉਹ ਇੱਕ ਐਜ਼ ਏ ਜੱਜ ਜਿਹੜਾ ਆਪਣਾ ਡਿਸੀਜਨ ਦਿੰਦਾ ਤੇ ਉਹਨੇ ਆਪਣੇ ਹਿਸਾਬ ਨਾਲ ਲਿਖਦਾ। ਇਸ ਕਰਕੇ ਜੋ ਲੱਗ ਰਿਹਾ ਕਿ ਜਿਸ ਹਿਸਾਬ ਦੀ ਇੱਕ ਅਨਾਉਂਸਮੈਂਟਸ ਹੋ ਰਹੀਆਂ ਕਿ ਸਰਕਾਰ ਨੇ ਘਟਾ ਦਿੱਤਾ, ਤਾਂ ਐਂ ਲੱਗ ਰਿਹਾ ਕਿ ਸਰਕਾਰ ਨੇ ਰੈਗੂਲੇਟਰੀ ਕਮਿਸ਼ਨ ਦੇ ਉੱਪਰ ਦਬਾਅ ਪਾ ਕੇ ਜਿਹੜਾ ਹੈ ਉਹ ਇਹ ਰੇਟ ਘਟਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਹੈ, ਜਿਹੜੀ ਕਿ ਇੰਡਸਟਰੀ ਇਹਦਾ ਪੂਰੀ ਤਰ੍ਹਾਂ ਹੀ ਵਿਰੋਧ ਕਰ ਰਹੀ ਹੈ। ਦੂਜੀ ਗੱਲ ਹੈ ਕਿ ਹੁਣ ਇਲੈਕਸ਼ਨ ਜਿਹੜੇ ਨੇ ਉਹ ਕਾਫੀ ਨਜ਼ਦੀਕ ਨੇ। ਇੰਡਸਟਰੀ ਸੋਚ ਰਹੀ ਹੈ ਕਿ ਕਿਉਂਕਿ ਬਿਜਲੀ ਜਿਹੜੀ ਹੈ ਉਹ ਮੇਨ ਮੁੱਦਾ ਹੈ ਪੰਜਾਬ 'ਚ। ਜਦੋਂ ਇੰਡਸਟਰੀ ਲੱਗੀ ਸੀ ਅੱਜ ਤੋਂ 40-50 ਸਾਲ ਪਹਿਲਾਂ, ਉਹਦਾ ਕਾਰਨ ਇਹ ਸੀ ਕਿ ਭਾਖੜਾ ਸੀ ਤੇ ਪੰਜਾਬ 'ਚ ਬਿਜਲੀ ਸੀ ਤੇ ਇੱਥੇ ਇੰਡਸਟਰੀ ਜਿਹੜੀ ਹੈ ਡਿਵੈਲਪ ਹੋ ਗਈ। ਤੇ ਅੱਜ ਪੰਜਾਬ 'ਚੋਂ ਜੇ ਇੰਡਸਟਰੀ ਉੱਜੜਨੀ ਸ਼ੁਰੂ ਹੋਏਗੀ ਤਾਂ ਉਹਦਾ ਵੀ ਕਾਰਨ ਬਿਜਲੀ ਹੋਏਗੀ, ਕਿਉਂਕਿ ਬਾਕੀ ਸਟੇਟਾਂ ਨਾਲੋਂ ਇੱਥੇ ਰੇਟ ਬਹੁਤ ਵੱਧ ਨੇ ਤੇ ਵਾਇਬਿਲਿਟੀ ਜਿਹੜੀ ਹੈ ਹੌਲੀ ਹੌਲੀ, ਕਿਉਂਕਿ ਸਾਡੀ ਲੇਬਰ ਮਹਿੰਗੀ ਹੋ ਗਈ, ਸਾਡਾ ਲੈਂਡ ਮਹਿੰਗੀ ਹੋ ਗਈ, ਸਾਡਾ ਲੋਹਾ ਮਹਿੰਗਾ ਹੋ ਗਿਆ, ਤੇ ਹੁਣ ਰਹਿੰਦੀ ਖੁੰਦੀ ਜਿਹੜੀ ਸਾਡੀ ਬਿਜਲੀ ਹੈ ਉਹ ਵੀ ਮਹਿੰਗੀ ਹੁੰਦੀ ਜਾ ਰਹੀ ਹੈ। ਤੇ ਇੱਥੇ ਵਾਇਬਿਲਿਟੀ ਜਿਹੜੀ ਹੈ ਉਹ ਨਾ ਤੇ ਪੁਰਾਣੀ ਇੰਡਸਟਰੀ ਵਾਸਤੇ ਬਚੀ ਹੈ, ਨਾ ਨਵੀਂ ਇੰਡਸਟਰੀ ਵਾਸਤੇ ਬਚੀ ਹੈ। ਠੀਕ ਹੈ ਜੀ। ਭਾਰਤੀ ਜੀ, ਇੱਕ ਤੁਹਾਡੇ ਤੋਂ ਕਮੈਂਟ ਕਰਨਾ ਚਾਹਾਂਗੇ। ਜਿਵੇਂ ਬਾਰ-ਬਾਰ ਪ੍ਰਗਟ ਸਿੰਘ ਹੋਰਾਂ ਦੇ ਵੱਲੋਂ ਵੀ ਕਈ ਵਾਰ ਸੋਸ਼ਲ ਡੋਮੇਨ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਕਾਫੀ ਨੇ, ਉਹਨਾਂ ਵੱਲੋਂ ਕਿਹਾ ਗਿਆ ਕਿ 4 ਸਾਲ ਹੋ ਗਏ ਸਰਕਾਰ ਕਰ ਕੀ ਰਹੀ ਆ, ਬਿਜਲੀ ਦੇ ਰੇਟ ਪੰਜਾਬ ਦੇ ਵਿੱਚ ਸਭ ਤੋਂ ਵੱਧ ਨੇ। ਹੋਰ ਵੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਵੀ ਕਈ ਵਾਰ ਇਹ ਚੀਜ਼ਾਂ ਚੱਕੀਆਂ ਗਈਆਂ। ਲੱਗਦਾ ਕਿ ਪ੍ਰੈਸ਼ਰ ਦੇ ਵਿੱਚ ਇਹ ਸਭ ਕੀਤਾ ਗਿਆ, ਕਿਉਂਕਿ ਹੁਣ ਇਲੈਕਸ਼ਨਾਂ ਸੀਗੀਆਂ, ਇੱਕ ਸੋਚਿਆ ਕਿ ਚਲੋ ਲੋਕਾਂ ਨੂੰ ਥੋੜਾ ਜਿਹਾ ਇੱਕ ਹਲਕਾ ਫੁਲਕਾ ਜਿਹਾ ਲੋਕਾਂ ਨੂੰ ਇਹ ਦੇ ਦਿਓ, ਇੱਕ ਲੋਕ ਥੋੜੇ ਜਿਹੇ ਖੁਸ਼ ਹੋ ਜਾਣਗੇ। ਨਹੀਂ ਗਗਨ ਜੀ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਗੱਲ ਇਹ ਹੈ ਵੀ ਸਰਕਾਰ ਬੜੀ ਦੇਰ ਤੋਂ ਸੋਚ ਰਹੀ ਸੀ ਵੀ ਕੁਛ ਨਾ ਕੁਛ ਰਿਲੀਫ ਦਿੱਤੀ ਜਾਏ, ਲੇਕਿਨ ਕਈ ਮਜਬੂਰੀਆਂ ਹੋ ਜਾਂਦੀਆਂ ਨੇ। ਜਿਸ ਤਰ੍ਹਾਂ ਸੈਂਟਰਲ ਗਵਰਨਮੈਂਟ ਨੇ ਸਾਡੇ ਫੰਡ ਰੋਕ ਲਏ,
ਔਰ ਇੱਥੇ ਕਰੋਨਾ ਦੀ ਪ੍ਰੋਬਲਮਸ ਕਰਕੇ ਹਸਪੀਟਲ ਦੇ ਵਿੱਚ ਬੈੱਡਸ ਦੀ ਕਮੀ ਆ ਗਈ, ਆਕਸੀਜਨ ਦੀ ਕਮੀ ਆ ਗਈ, ਵੈਕਸੀਨ ਦੀ ਪ੍ਰੋਬਲਮ ਆ ਗਈ, ਕਈ ਪਾਸੇ ਖਰਚੇ ਜਿਹੜੇ ਉਹ ਡਿਸਟ੍ਰੀਬਿਊਟ ਹੋ ਗਏ। ਜੇਕਰ ਉਸ ਟਾਈਮ ਜੇਕਰ ਥੋੜਾ ਜਿਹਾ ਵੀ ਸਮਾਂ ਮਿਲਿਆ ਹੁੰਦਾ, ਜਿੱਦਾਂ ਨਵੇਂ ਪ੍ਰੋਜੈਕਟ ਇੰਟਰੋਡਿਊਸ ਕੀਤੇ ਜਾ ਰਹੇ ਸੀ, ਉਹਨਾਂ ਨੂੰ ਸਿਰੇ ਚੜਾਉਣ ਲਈ ਕੁਛ ਨਾ ਕੁਛ ਫੈਸਿਲਿਟੀ ਜ਼ਰੂਰ ਦਿੱਤੀਆਂ ਚਲੋ ਭਾਰਤੀ ਜੀ ਆਪਣਾ ਟੌਪਿਕ ਹੋਰ ਆ। ਵੈਸੇ ਜੇ ਉਹਦੀ ਗੱਲ ਕਹੀਏ, ਸਮਾਂ ਬਹੁਤ ਮਿਲਿਆ ਸੀਗਾ ਸਰਕਾਰ ਨੂੰ, ਸਾਰਾ ਹੋਮਵਰਕ ਕੀਤਾ ਜਾ ਸਕਦਾ ਸੀ, ਮਾਹੌਲ ਬਿਲਕੁਲ ਠੀਕ ਹੋ ਗਿਆ ਸੀ। 200 ਭਾਰਤੀ ਜੀ 200 ਤੋਂ ਵੱਧ ਵੈਂਟੀਲੇਟਰ, ਆਰਟੀਏ ਦੀ ਰਿਪੋਰਟ ਹੈ ਕਿ ਆਰਟੀਏ ਦਾ ਖੁਲਾਸਾ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ, ਚਲਾਉਣ ਲਈ ਬੰਦੇ ਨਹੀਂ ਹੈਗੇ ਸਰਕਾਰ ਕੋਲ। ਤਾਂ ਚਲੋ ਉਹ ਇੱਕ ਵੱਖਰਾ ਇਸ਼ੂ ਹੈ, ਪਰ ਸਮਾਂ ਬਹੁਤ ਸੀ। ਸਰਕਾਰ ਜੇ ਚਾਹੁੰਦੀ, ਇੱਛਾ ਸ਼ਕਤੀ ਹੁੰਦੀ, ਤਾਂ ਮੈਨੂੰ ਲੱਗਦਾ ਕਿ ਜਿੰਨੀ ਮਸ਼ੀਨਰੀ ਹੁੰਦੀ ਹੈ ਬਹੁਤ ਕੁਝ ਹੋ ਸਕਦਾ ਸੀ। ਗਗਨ ਜੀ ਸਮਾਂ ਬਿਲਕੁਲ ਮਿਲਿਆ, ਲੇਕਿਨ ਸਮਾਂ ਕੰਜ਼ਿਊਮ ਕਿੱਥੇ ਹੋਇਆ, ਇਹ ਵੀ ਤਾਂ ਦੇਖਣ ਵਾਲੀ ਗੱਲ ਹੈ ਨਾ। ਜਿੰਦਲ ਜੀ ਸਾਡੇ ਨਾਲ ਨੇ, ਇਹਨਾਂ ਤੋਂ ਬਿਹਤਰ ਜਾਣਦੇ ਨੇ ਇੰਡਸਟਰੀ ਵਾਲਿਆਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ। ਜਿੰਦਲ ਜੀ ਪੂਰੇ ਖੁਸ਼ ਨੇ? ਭਾਰਤੀ ਜੀ ਤਾਂ ਇਹੀ ਕਹਿ ਰਹੇ ਨੇ ਕਿ ਇਸ ਵੇਲੇ ਇੰਡਸਟਰੀ ਵਾਲੇ ਬਹੁਤ ਖੁਸ਼ ਨੇ, ਕਨੈਕਸ਼ਨ ਲਗਾਤਾਰ ਅਪਲਾਈ ਹੋ ਰਹੇ ਨੇ। ਜੇ ਅਸੀਂ ਡਾਟਾ ਚੈੱਕ ਕਰੀਏ ਪਿਛਲੇ 3 ਸਾਲ ਦਾ ਜਾਂ 4 ਸਾਲ ਦਾ ਜੀ, ਜਿਹੜੇ ਕਨੈਕਸ਼ਨ ਵਧਣ ਦੀ ਜਿਹੜੀ ਸਪੀਡ ਰੇਸ਼ੋ ਪੂਰੇ ਇੰਡੀਆ ਦੇ ਵਿੱਚ ਹੈ, ਪੰਜਾਬ ਉਹਦੇ ਨਾਲੋਂ ਬਹੁਤ ਪਿੱਛੇ। ਨਾ ਤੇ ਇੰਡਸਟਰੀ ਦੇ ਕੋਈ ਲੰਬੇ ਚੌੜੇ ਲੋਡ ਵਧ ਰਹੇ ਨੇ, ਨਾ ਹੀ ਨਵੇਂ ਕਨੈਕਸ਼ਨ ਲੱਗ ਰਹੇ ਨੇ। ਭਾਰਤੀ ਜੀ ਸੁਣਦੇ ਪਏ ਆ ਕਿ 70,000 ਕਰੋੜ ਰੁਪਏ ਅਸੀਂ ਇਨਵੈਸਟਮੈਂਟ ਆ ਗਈ, ਤਾਂ ਉਹ ਬਿਜਲੀ ਬੋਰਡ 'ਚ ਕਿਉਂ ਨਹੀਂ ਨਜ਼ਰ ਆ ਰਿਹਾ? ਲੋਕਾਂ ਦੀ ਕੰਜ਼ੰਪਸ਼ਨ ਇੰਡਸਟਰੀ ਦੀ ਵਧਣੀ ਚਾਹੀਦੀ ਸੀ, ਇੰਡਸਟਰੀ ਦੀ ਕੰਜ਼ੰਪਸ਼ਨ ਨਹੀਂ ਵਧੀ। ਇਸ ਕਰਕੇ ਕਿਤੇ ਨਾ ਕਿਤੇ ਇੰਡਸਟਰੀ। ਦੂਸਰੀ ਗੱਲ ਜਿਹੜੀ ਮੈਂ ਪੁੱਛਣਾ ਚਾਹਾਂਗਾ, ਇੱਕ ਬੜਾ ਜ਼ਰੂਰੀ ਸਾਡੇ ਦੋਸਤ ਨੇ ਭਾਰਤੀ ਜੀ ਉਹਨਾਂ ਤੋਂ ਸਵਾਲ, ਕਿ ਕੀ ਰੇਟ ਘਟਾਉਣ ਦਾ ਫੈਸਲਾ ਰੈਗੂਲੇਟਰੀ ਕਮਿਸ਼ਨ ਦਾ ਹੈ ਜਾਂ ਕੀ ਰੇਟ ਘਟਾਉਣ ਦਾ ਫੈਸਲਾ ਜਿਹੜਾ ਸਰਕਾਰ ਦਾ ਹੈ? ਦੇ ਦਿਓ ਭਾਰਤੀ ਜੀ, ਜਵਾਬ ਦੇ ਦਿਓ ਇਹਦਾ। ਰੈਗੂਲੇਟਰੀ ਕਮਿਸ਼ਨ ਦਾ ਹੈ, ਤੇ ਸਰਕਾਰ ਨੂੰ ਕੋਈ ਹੱਕ ਨਹੀਂ ਇਸ ਚੀਜ਼ ਦੇ ਕ੍ਰੈਡਿਟ ਲੈਣ ਦਾ ਕਿ ਅਸੀਂ ਕਿਸੇ ਸੈਕਟਰ ਨੂੰ ਬਿਜਲੀ ਸਸਤੀ ਕਰ ਦਿੱਤੀ ਤੇ ਅਸੀਂ ਕੋਈ ਵਾਹਵਾਹੀ ਵਾਲਾ ਕੰਮ ਕਰ ਲਿਆ। ਤੇ ਜੇ ਫੈਸਲਾ ਸਰਕਾਰ ਦਾ ਹੈ, ਠੀਕ ਹੈ, ਫਿਰ ਮੈਂ ਫਿਰ ਇੱਕ ਵਾਰ ਇਸ ਗੱਲ ਨੂੰ ਰਿਪੀਟ ਕਰਾਂਗਾ ਕਿ ਇੰਡਸਟਰੀ ਤੇ ਮਿਡਲ ਕਲਾਸ ਦੇ ਨਾਲ ਇਹ ਧੱਕਾ ਕਰਨਾ ਬਹੁਤ ਬੜੀ ਇੱਕ ਗਲਤੀ ਸਰਕਾਰ ਨੇ ਕੀਤੀ ਹੈ, ਜਿਹਦਾ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਬਹੁਤ ਦਿੱਕਤ ਸਰਕਾਰ ਨੂੰ ਵੀ ਆ ਸਕਦੀ। ਚਲੋ ਟੀਨੂ, ਥੋੜਾ ਵਾਈਂਡ ਅਪ ਕਰਾਂਗੇ, ਸਾਡੇ ਕੋਲ ਸਮਾਂ ਹੁਣ ਘੱਟ ਹੈ, ਤਾਂ ਬੜਾ ਬਰੀਫ ਦੇ ਵਿੱਚ ਆਨਸਰ ਚਾਹਾਂਗੇ। ਟੀਨੂ ਜੀ, ਇੱਕ ਚੀਜ਼ ਇਹ ਵੀ ਜਾਣਨੀ ਚਾਹੁੰਦੇ ਆ, ਜਿਸ ਤਰ੍ਹਾਂ ਦੇ ਵਿੱਚ ਕਾਂਗਰਸ ਦੇ ਵਿੱਚ ਅੰਦਰੂਨੀ ਜਿਹੜੀ ਆਪਸੀ ਲੜਾਈ ਚੱਲ ਰਹੀ ਹੈ, ਉਹ ਵੀ ਜਗ ਜ਼ਾਹਰ ਹੈ। ਭਾਰਤੀ ਜੀ ਵੀ ਮੈਨੂੰ ਲੱਗਦਾ ਕਿ ਡਿਨਾਈ ਨਹੀਂ ਕਰ ਸਕਦੇ ਜੋ ਕੁਝ ਹੋ ਰਿਹਾ ਹੈ। ਸਿੱਧੂ ਵਰਸਸ ਚਾਹੇ ਕੈਪਟਨ ਅਮਰਿੰਦਰ ਸਿੰਘ ਹੈ ਜਾਂ ਹੁਣ ਤਾਂ ਤਮਾਮ ਜਿਹੜੇ ਆਗੂ ਨੇ, ਉਹਨਾਂ ਦੇ ਘਰ ਮੀਟਿੰਗਾਂ ਹੋ ਰਹੀਆਂ। ਚਰਨਜੀਤ ਸਿੰਘ ਚੰਨੀ ਵੀ ਨੇ, ਤਾਂ ਕਈਆਂ ਦੇ ਖਿਲਾਫ ਜਿਹੜੇ ਵਿਜੀਲੈਂਸ ਦੀ ਗੱਲ ਕਹੀ ਜਾ ਰਹੀ ਹੈ, ਧਮਕੀ ਦੀ ਗੱਲ ਕਹੀ ਜਾ ਰਹੀ ਹੈ। ਲੱਗਦਾ ਕਿ ਧਿਆਨ ਸਾਰਾ ਇੱਧਰਲੇ ਪਾਸੇ ਆ, ਤਾਂ ਹੀ ਇਦਾਂ ਦੀਆਂ ਜਿਹੜੀਆਂ ਦਿੱਕਤਾਂ ਨੇ ਆ ਰਹੀਆਂ ਨੇ। ਦੇਖੋ, ਇਹ ਬੜਾ ਸੀਰੀਅਸ ਮੁੱਦਾ ਸੀਗਾ ਬਿਜਲੀ ਦਾ, ਜਿੱਤੇ ਆਪਾਂ ਡਿਸਕਸ ਕਰ ਰਹੇ ਹਾਂ। ਤੇ 4.5 ਸਾਲ ਚ ਇਸ ਗਵਰਨਮੈਂਟ ਨੇ ਪੰਜਾਬ ਦੇ ਕਿਸੇ ਸੈਕਸ਼ਨ ਦੇ ਲਈ ਕੋਈ ਮੁਸ਼ਕਲਾਂ ਵਿੱਚੋਂ ਉਹਨੂੰ ਕੱਢਣ ਲਈ ਕੋਈ ਸਾਰਥਕ ਕਦਮ ਨਹੀਂ ਚੱਕੇ। ਸਰਕਾਰ ਸੀਰੀਅਸ ਹੋਈ ਨਹੀਂ। ਆ ਕਰੋਨਾ ਦੀਆਂ ਗੱਲਾਂ ਕਰਦੇ, ਚਲੋ ਅੱਜ ਦਾ ਟੌਪਿਕ ਕਰੋਨਾ ਨਹੀਂ, ਕਰੋਨਾ 'ਚ ਵੀ ਜੋ ਸਾਡੀ ਹਾਲਤ ਹੈ, ਸਭ ਤੋਂ ਵੱਧ ਡੈਥ ਰੇਟ ਆ ਪੰਜਾਬ 'ਚ, ਤੇ ਸਭ ਤੋਂ ਘੱਟ ਜਿਹੜਾ ਰਿਕਵਰੀ ਰੇਟ ਆ। ਚਲੋ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, 20% ਤੋਂ ਉੱਪਰ ਇਸ ਵੇਲੇ ਹੋਰ ਟੈਕਸਿਸ ਵੀ ਲਏ ਜਾ ਰਹੇ ਆ, ਜਿਹਦੇ ਵਿੱਚ 2% ਮਿਊਨਿਸਪਲ ਕਾਰਪੋਰੇਸ਼ਨ ਟੈਕਸ ਲਿਆ ਜਾ ਰਿਹਾ, 13% ਇਲੈਕਟ੍ਰਿਸਿਟੀ ਡਿਊਟੀ ਲਈ ਜਾ ਰਹੀ ਹੈ, ਤੇ ਕਾਓ ਸੈਸ ਲਿਆ ਜਾ ਰਿਹਾ, ਤੇ ਹੋਰ ਜਿਹੜੇ ਆ ਇਨਫਰਾਸਟ੍ਰਕਚਰ ਡਿਵੈਲਪਮੈਂਟ ਟੈਕਸ ਵੀ 5% ਲਿਆ ਜਾ ਰਿਹਾ। ਸੋ ਭਾਈ, ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਬੋਝ ਆ। ਲੋਕਾਂ ਨੂੰ ਇਹਦੇ ਥੱਲਿਓਂ ਕੱਢਣ ਲਈ ਸਰਕਾਰ ਨੂੰ ਆਪਣਾ ਸਮਾਂ ਲਾਉਣਾ ਚਾਹੀਦਾ ਸੀ। ਸਰਕਾਰ ਕਿਸੇ ਸੈਕਸ਼ਨ ਲਈ, ਚਾਹੇ ਉਹ ਕਿਸਾਨ ਆ, ਚਾਹੇ ਉਹ ਗਰੀਬ ਦਲਿਤ ਆ, ਜਾਂ ਆਮ ਲੋਕ ਆ, ਜਾਂ ਮੁਲਾਜ਼ਮ, ਮਿਲਿਆ ਕੀ ਆ? ਮੁਲਾਜ਼ਮ ਦਾ ਪੇ ਕਮਿਸ਼ਨ ਨਹੀਂ, ਡੀਏ ਦੀ ਕੋਈ ਕਿਸ਼ਤ ਨਹੀਂ, ਗਰੀਬਾਂ ਦੇ ਦਲਿਤਾਂ ਦੇ ਬੱਚਿਆਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਫਰਾਡ ਹੋ ਗਿਆ, 60 ਕਰੋੜ ਰੁਪਈਆ ਸਾਧੂ ਸਿੰਘ ਧਰਮਸੋਤ ਖਾ ਗਏ। ਆ ਬਿਜਲੀ ਦਾ ਕਿੰਨਾ 4.5 ਸਾਲ ਬਿਜਲੀ ਦੇ ਰੇਟ ਵਧਾ ਕੇ ਕਈ ਤਾਂ ਦੁਕਾਨਾਂ ਹੀ ਬੰਦ ਕਰਕੇ ਚਲ ਗਏ, ਕਈਆਂ ਦੇ ਘਰਾਂ ਦੇ ਮੀਟਰ ਕੱਟੇ ਗਏ, ਬਿਜਲੀ ਤੋਂ ਬਗੈਰ ਵਿਚਾਰੇ ਕਈ ਰਹਿ ਰਹੇ ਆ। ਚਲੋ ਠੀਕ ਹੈ, ਅੱਜ ਇੰਡਸਟਰੀ ਦਾ, ਸਾਡਾ ਇੰਡਸਟਰੀ ਦੇ ਉੱਤੇ ਜਿੰਨਾ ਭਾਰ ਪਾਇਆ, ਆ ਇੰਡਸਟਰੀ ਨੂੰ ਜਿੰਨੀ ਬਿਜਲੀ ਮਹਿੰਗੀ ਮਿਲ ਰਹੀ ਹੈ ਨਾ ਕਮਰਸ਼ੀਅਲ, ਪੂਰੇ ਇੰਡੀਆ 'ਚ ਨਹੀਂ ਕਿਤੇ ਹੋਣੀ। ਸੋ ਗੱਲ ਇਹ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਸਰਕਾਰ ਦਾ ਪੰਜਾਬ ਦੇ ਲੋਕਾਂ ਵੱਲ ਬਿਲਕੁਲ ਧਿਆਨ ਨਹੀਂ। ਇਸੇ ਕਰਕੇ ਇਹਨਾਂ ਦੇ MLAs ਦੇ ਅੰਦਰ ਆਪਸ ਵਿੱਚ ਹੁਣ ਖਹਿਬਾਜੀ ਆ। ਹੁਣ ਥੋੜਾ ਜਿਹਾ ਜਿੱਦਾਂ ਹੁੰਦਾ ਨਾ, ਅੰਦਰੋਂ ਤਰਲੋ ਮੱਛੀ ਆ ਵੀ ਹੁਣ ਕਰਾਂਗੇ ਕੀ, ਲੋਕਾਂ 'ਚ ਜਾ ਕੇ ਜਵਾਬ ਕੀ ਦੇਣੇ ਆ, ਕਿਉਂਕਿ ਪਬਲਿਕ 'ਚ ਜਦੋਂ 5 ਸਾਲ ਬਾਅਦ ਜਾਣਾ, ਉੱਥੇ ਜਾ ਕੇ ਦੱਸਣਾ ਪੈਣਾ
ਵੀ ਅਸੀਂ ਕਿੰਨੇ ਕਰਜ਼ੇ ਮਾਫ ਕਰਤੇ, ਅਸੀਂ ਕਿੰਨੀ ਬਿਜਲੀ ਸਸਤੀ ਕਰਤੀ, ਘਰ ਘਰ ਨੌਕਰੀ ਦਿੱਤੀ ਕਿ ਨਹੀਂ ਦਿੱਤੀ, ਇਹ ਸਾਰੀਆਂ ਗੱਲਾਂ ਦੇ ਲੋਕਾਂ ਨੇ ਜਵਾਬ ਪੁੱਛਣੇ ਆ। ਠੀਕ ਹੈ, ਇਸ ਕਰਕੇ ਅੰਦਰੋਂ ਅੰਦਰੀ ਲੜਾਈ ਆ, ਇਸ ਕਰਕੇ ਅੰਦਰੋਂ ਅੰਦਰੀ ਜਿਹੜੀ ਨਾ ਏਜੰਡਾ ਕੀ ਹੈ, ਜੁੱਤੀਆਂ ਜੁੱਤੀ ਦਾਲ ਹੁਣ ਵਰਤਾ ਚਲੋ ਰਹੇ ਅੰਦਰ। ਚਲੋ ਇਸ ਕਰਕੇ ਚਲੋ ਭਾਰਤੀ ਜੀ ਬੜਾ ਸੰਖੇਪ ਦੇ ਵਿੱਚ ਆਖਰੀ ਤੁਹਾਡੇ ਤੋਂ ਇੱਕ ਕਮੈਂਟ ਲੈ ਲੈਂਦੇ ਆ। ਚਲੋ ਮੁੱਦਾ ਆਪਣਾ ਹੋਰ ਹੈ ਤਾਂ ਬਿਜਲੀ ਤੋਂ ਗੱਲ ਸ਼ੁਰੂ ਹੁੰਦੀ ਹੈ ਤਾਂ ਗੱਲ ਦੂਜੇ ਪਾਸੇ ਚਲੇ ਜਾਂਦੀ ਹੈ, ਸੁਭਾਵਕ ਜਿਹਾ ਹੁੰਦਾ, ਹਰ ਕੋਈ ਇੱਕ ਦੂਜੇ ਨੂੰ ਖਿੱਚਦਾ। ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਹੁਤ ਬਰੀਫ ਦੇ ਵਿੱਚ ਰੱਖੋ, ਤੁਸੀਂ ਫੈਸਲੇ ਨੂੰ ਠੀਕ ਮੰਨਦੇ ਹੋ? ਤੁਹਾਨੂੰ ਨਹੀਂ ਲੱਗਦਾ ਕਿ ਸਭ ਦੇ ਲਈ ਹੋਣਾ ਚਾਹੀਦਾ ਸੀ ਇਸ ਤਰ੍ਹਾਂ ਦਾ ਜਿਹੜਾ ਫੈਸਲਾ ਹੁੰਦਾ, ਕਿਉਂਕਿ ਬਹੁਤ ਬੇਸਿਕ ਚੀਜ਼ ਹੈ ਬਿਜਲੀ, ਔਰ ਸਭ ਤੋਂ ਵੱਧ ਜਿਹੜੀ ਇੱਕ ਆਮ ਇਨਸਾਨ ਦੀ ਜਿਹੜੀ ਇੱਕ ਪੇ ਹੈ ਜਾਂ ਕਹਿ ਲਓ ਕੁਝ ਵੀ ਹੈ, ਉਹ ਸਭ ਤੋਂ ਜ਼ਿਆਦਾ ਬਿੱਲਾਂ ਦੇ ਵਿੱਚ ਚਲੀ ਜਾਂਦੀ ਹੈ। ਬਹੁਤ ਸੰਖੇਪ ਦੇ ਵਿੱਚ ਗਗਨ ਜੀ, ਕੌਣ ਨਹੀਂ ਚਾਹੇਗਾ ਕਿ ਸਾਡੇ ਸਾਥੀਆਂ ਨੂੰ ਫੈਸਿਲਿਟੀਆਂ ਮਿਲਣ। ਅਸੀਂ ਵੀ ਹਰ ਵੇਲੇ ਡਿਮਾਂਡ ਕੀਤੀ ਹੈ। ਜਿੰਦਲ ਸਾਹਿਬ ਨੂੰ ਯਾਦ ਹੋਊਗਾ ਮੈਨੀਫੈਸਟੋ ਕਮੇਟੀ ਦੀ ਜਦੋਂ ਅਸੀਂ ਇੱਥੇ ਮੀਟਿੰਗ ਬੁਲਾਈ ਹੈ, ਇਹ ਜਿਹੜੀ ਹੁਣ ਅੱਜ ਆਪਾਂ ਜਿਹੜੇ ਡਿਸਕਸ ਕਰ ਰਹੇ ਹਾਂ, ਇਹ ਫੈਸਿਲਿਟੀਆਂ ਉਹ ਮੈਨੀਫੈਸਟੋ ਕਮੇਟੀ ਵਿੱਚ ਸਾਡੇ ਕਹਿਣ ਤੇ ਉਹਨਾਂ ਨੇ ਪਾਈਆਂ। ਠੀਕ ਹੈ, ਲੇਕਿਨ ਗੱਲ ਇਹ ਹੈ ਵੀ ਜਦੋਂ ਕੋਈ ਪ੍ਰੋਬਲਮ ਹੁੰਦੀ ਹੈ ਨਾ, ਉਸ ਪ੍ਰੋਬਲਮ ਨੂੰ ਵੀ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ। ਸਿਰਫ ਇਸ ਲਈ ਕ੍ਰਿਟੀਸਾਈਜ਼ ਕਰੀਏ ਆਪਾਂ ਕਿ ਵੀ ਆਪਾਂ ਆਪੋਜੀਸ਼ਨ ਵਿੱਚ ਬੈਠੇ ਆ ਤਾਂ ਉਹਦਾ ਕ੍ਰਿਟੀਸਾਈਜ਼ ਕਰਨਾ ਹੈ। ਚਲੋ ਠੀਕ ਹੈ, ਜਿਹੜੀਆਂ ਮਜਬੂਰੀਆਂ ਨੇ, ਜਿਹੜਾ ਸੈਂਟਰ ਗਵਰਨਮੈਂਟ ਨੇ ਆਬਸਟੈਕਲਸ ਕ੍ਰੀਏਟ ਕੀਤੀਆਂ। ਠੀਕ ਹੈ, ਠੀਕ ਹੈ, ਚਲੋ ਭਾਰਤੀ ਜੀ, ਠੀਕ ਹੈ, ਠੀਕ ਹੈ। ਟੀਨੂ ਜੀ ਧੰਨਵਾਦ, ਸਾਡੇ ਕੋਲ ਸਮਾਂ ਘੱਟ ਹੈ। ਜਿੰਦਲ ਜੀ ਧੰਨਵਾਦ। ਸਭ तमाम ਮਹਿਮਾਨਾਂ ਦਾ ਧੰਨਵਾਦ ਜਿਹੜੇ ਵੀ ਸਾਡੇ ਨਾਲ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ, ਪੂਰੇ ਪੈਨਲ ਦਾ ਧੰਨਵਾਦ। ਸੋ ਬਿਜਲੀ ਦੀਆਂ ਕੀਮਤਾਂ ਨੂੰ ਲੈ ਕੇ ਗੱਲ ਕੀਤੀ ਹੈ, ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਕਟੌਤੀ ਕੀਤੀ ਗਈ ਹੈ, ਹਾਲਾਂਕਿ ਲਗਾਤਾਰ ਵਿਰੋਧੀ ਧਿਰਾਂ ਤਾਂ ਉਸ ਨੂੰ ਡਰਾਮਾ ਕਰਾਰ ਦੇ ਰਹੀਆਂ ਨੇ। ਕੋਸ਼ਿਸ਼ ਕੀਤੀ ਹੈ ਕਿ ਉਹਦੇ ਉੱਤੇ ਕੁਝ ਸਾਰਥਕ ਚੀਜ਼ਾਂ ਨਿਕਲ ਕੇ ਸਾਹਮਣੇ ਆਉਣ, ਕਿਉਂਕਿ ਬਹੁਤਾ ਗਰਾਊਂਡ ਲੈਵਲ ਦੇ ਉੱਤੇ ਬਹੁਤੇ ਲੋਕਾਂ ਨੂੰ ਇਸ ਦਾ ਫਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ। ਤੇ ਇਸੇ ਉੱਤੇ ਗੱਲਬਾਤ ਕੀਤੀ। ਆਸ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਪੇਸ਼ਕਸ਼ ਭਗਤਾ ਮਸਲਾ ਪਸੰਦ ਆਈ ਹੋਵੇਗੀ। ਧੰਨਵਾਦ।